कर संत तुम्हारे, जिन कर धन हर नामा। प्रवान गणी से एह आए, सफल तिना के कामा। मेरे राम हर जन कै खौं बल जाई, पर टुलाई। जन्म मरण दोख हूँ मैं नाही, जन पर उपकारी आए। जीव दान दे भगति लाए न, हर स्यो लैन मिलाय। वाहिगुरु जी का खालसा, वाहिगुरु जी की फतेह। परम पूजनीक पूर्ण ब्रह्म ज्ञानी राज जोगी तत्वेते महापुरुष श्रीमान संत बाबा ईश्वर सिंह महाराज जी, श्रीमान संत बाबा किशन सिंह महाराज जी राड़ा से वाले, राजा जोगी महापुरुष का इतिहास। श्री संत आश्रम साहिब नगर कणगस मलेशिया वालियां दे स्थान ते महापुरुषां दे रूहानी संदेश जीवन दी विचार प्रारंभ कीती हुई है। अज आपां ने 9वां भाग प्रारंभ करना है, जिस विच रूहानी संदेश ग्रंथ दा 69 नंबर पेज तो आपां ने प्रारंभ करना है। कांड 6वां, मन चित बुद्ध नूं एकाग्र करो। होण वाली विचार नूं ध्यान नाल सरवण करो, पूरा पूरा लाहा प्राप्त करो। साध संगत जी इस विचार नूं आप जी जिथे आप सुन करके लाहा प्राप्त करदे हो, उथे अपने सब रिश्तेदार साक संबंधी भैन भरावां नूं ਇਹ ਕਥਾ ਵਿਚਾਰ शेयर करो, लाइक करो ਅਤੇ ਉਹਨਾਂ ਨੂੰ ਦੱਸੋ ਕਿ ਸਬਸਕ੍ਰਾਈਬ ਵੀ ਕੀਤਾ ਜਾ ਸਕਦਾ ਹੈ। ਸੰਤ ਆਸ਼ਰਮ ਮਲੇਸ਼ੀਆ ਟੀਵੀ YouTube ਤੇ Facebook ਤੇ ਸੰਤ ਪ੍ਰਿਤਪਾਲ ਸਿੰਘ ਖਾਲਸਾ ਪੇਜ ਤੇ ਤੁਸੀਂ ਇਸ ਦਾ ਲਾਹਾ ਲੈ ਸਕਦੇ ਹੋ। ਸੋ ਸਾਧ ਸੰਗਤ ਜੀ, ਅੱਜ ਆਪਾਂ सतगुरु श्री गुरु ग्रंथ साहिब जियां दी अपरंपार किरपा दा सदका कांड 6वां प्रारंभ कर रहे हां। तीर्थ यात्रा। संत जी महाराज बाबा अतर सिंह महाराज जियां दे ज्योति जोत समाउण समय आप जी भी विजोग विच ओहो ही दशा होई जो पिछे आपां वड्डे संत जी महाराज जी दी विचार कर चुके हां। बड़ी मुश्किल नाल 5 महीने अणियाले तीरां दीयां चोभां झल के अपने मन दी दशा बदलण दे हेतु गुरधामां ते होर तीर्थां दे दर्शन इशनान दा संकल्प करके यात्रा दी प्रारंभता कीती गई। 1984 बिक्रमी दे चढ़दे हाड़ आप जी दोनों महापुरुष वड्डे संत जी महाराज संत बाबा ईश्वर सिंह जी, छोटे संत जी महाराज संत बाबा किशन सिंह जी महाराज मन दी उपरामता नाल नहर सरहंद दे कंढे जिधरों पानी आउंदा है प्रीतम दी भाल विच चल पए। मानो दो राजकुमारां दी पंचवटी तो कशकंदा पर्वत नूं जा रहे हन। शाम दे टाइम रूहानी जिंदगी दाती रेरू साहिब दी प्यारी धरती नूं नमस्कार करदे हुए तुरे। पहली रात लल्ली कुब्बी गुरुद्वारा साहिब विच बतीत कीती। इत्थों दे सेवादार नामधारी सिंह सन। आप जी नूं इन्हां संतां ने बड़े प्यार नाल प्रसाद पानी ਅਤੇ ਖਰਬੂਜੇ ਛਕਾਏ। ਇੱਥੇ ਰਾਤ ਨੂੰ ਆਰਾਮ ਕੀਤਾ ਅਤੇ ਨਿਯਮ ਅਨੁਸਾਰ 2 ਵਜੇ ਉੱਠੇ, ਸਿੱਧੇ ਬਾਹਰ ਨੂੰ ਤੁਰ ਪਏ। ਨਹਿਰ ਤੇ ਹੀ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਕੇ ਬਾਣੀ ਦਾ ਪਾਠ ਕਰਦਿਆਂ ਚਾਲੇ ਪਾ ਦਿੱਤੇ। ਅੱਗੋਂ ਰਾਣਮਾ ਪਿੰਡ ਆ ਗਿਆ। ਦਿਨ ਚੜ੍ਹ ਹੀ ਚੁੱਕਿਆ ਸੀ। ਇੱਕ ਮਾਈ ਜਿਸ ਨੇ
ਜਿਸ ਦਾ ਰਸਤੇ ਦੇ ਉੱਪਰ ਹੀ ਘਰ ਸੀ, ਹਾਜ਼ਰੀ ਦੇ ਪ੍ਰਸ਼ਾਦੇ ਵਾਸਤੇ ਬੇਨਤੀ ਕਰ ਦਿੱਤੀ। ਅਚੰਤ ਮਿਲੇ ਸੋ ਪਾਏ ਦੇ ਮਹਾਵਾਕ ਅਨੁਸਾਰ ਆਪ ਜੀ ਨੇ ਮੰਨ ਲਈ ਬੇਨਤੀ ਉਸ ਮਾਤਾ ਦੀ। ਮਾਈ ਘਰ ਦੇ ਅੰਦਰ ਲੈ ਗਈ, ਮੰਜਾ ਢਾ ਕੇ ਕੱਪੜਾ ਵਿਛਾ ਦਿੱਤਾ, ਲੱਸੀ ਅਤੇ ਹਾਜ਼ਰੀ ਦਾ ਪ੍ਰਸ਼ਾਦਾ ਲੈ ਆਈ, ਨਾਲ ਹੀ ਮਠਿਆਈ ਵੀ ਲੈ ਆਈ ਅਤੇ ਕਿਹਾ, ਮਹਾਰਾਜ ਥੋੜੇ ਦਿਨ ਹੋਏ ਮੇਰੀ ਲੜਕੀ ਦਾ ਵਿਆਹ ਸੀ, ਉਸ ਵਿਆਹ ਦੀ ਮਠਿਆਈ ਹੈ, ਆਪ ਕਿਰਪਾ ਕਰਕੇ ਜਰੂਰ ਛਕਣਾ ਕਰੋ। ਮਾਈ ਦਾ ਪ੍ਰੇਮ ਦੇ ਕੇ ਪ੍ਰਸ਼ਾਦ ਛਕਿਆ। ਫਿਰ ਮਾਈ ਨੇ ਹੱਥ ਜੋੜ ਕੇ ਪੁੱਛਿਆ, ਆਪ ਜੀ ਦਾ ਅੱਗੇ ਕਿੱਥੇ ਜਾਣ ਦਾ ਖਿਆਲ ਹੈ? ਛੋਟੇ ਸੰਤਾਂ ਨੇ ਕਿਹਾ, ਮਾਈ ਖਾਸ ਤਾਂ ਕੋਈ ਸੰਕਲਪ ਲਿਆ ਨਹੀਂ, ਦਰਸ਼ਨ ਮੇਲੇ ਹੀ ਕਰ ਰਹੇ ਹਾਂ, ਹੁਣ ਮਾਛੀਵਾੜਾ ਸਾਹਿਬ ਜਾਵਾਂਗੇ। ਆਪ ਜੀ ਦਾ ਦੀਦਾਰ ਕਰਕੇ ਮਾਈ ਦਾ ਮਨ ਖੇੜੇ ਵਿੱਚ ਆਨੰਦ ਵਿੱਚ ਆ ਗਿਆ। ਆਪਣਾ ਲੜਕਾ ਨਾਲ ਭੇਜਿਆ ਕਿ ਇਹਨਾਂ ਨੂੰ ਮਾਛੀਵਾੜੇ ਛੱਡ ਆ, ਅਤੇ ਉਸ ਨੂੰ ਸਮਝਾਇਆ ਕਿ ਮਾਛੀਵਾੜੇ ਸਾਹਿਬ ਚਰਨ ਕਮਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਅਜੈਬ ਸਿੰਘ ਨੂੰ ਆਖੀ ਕਿ ਜਿਤਨਾ ਚਿਰ ਇਹ ਰਹਿਣ ਇਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰਿਓ। ਉਸ ਲੜਕੇ ਨਾਲ ਆਪ ਜੀ ਮਾਛੀਵਾੜੇ ਪਹੁੰਚ ਗਏ। ਸਾਰੇ ਸਥਾਨਾਂ ਦੀ ਯਾਤਰਾ ਕੀਤੀ। ਦੁਪਹਿਰ ਦਾ ਪ੍ਰਸ਼ਾਦਾ ਛਕ ਕੁਝ ਕੁ ਆਰਾਮ ਕਰਕੇ ਅੱਗੇ ਵੱਲ ਨੂੰ ਚਾਲੇ ਪਾ ਦਿੱਤੇ। ਭਾਵੇਂ ਆਪ ਜੀ ਨੂੰ ਕੁਝ ਸਮਾਂ ਹੋਰ ਠਹਿਰਨ ਵਾਸਤੇ ਗ੍ਰੰਥੀ ਅਜੈਬ ਸਿੰਘ ਜੀ ਨੇ ਬੇਨਤੀ ਕੀਤੀ ਸੀ, ਪਰ ਆਪ ਦਾ ਇੱਥੇ ਚਿੱਤ ਨਾ ਲੱਗਾ। ਮਾਛੀਵਾੜੇ ਤੋਂ ਤੁਰ ਕੇ ਝਾੜ ਸਾਹਿਬ ਠਹਿਰੇ। ਗੁਰਦੁਆਰੇ ਦਾ ਗ੍ਰੰਥੀ ਕਿਤੇ ਬਾਹਰ ਗਿਆ ਹੋਇਆ ਸੀ। ਦਾਤੇ ਦੇ ਦਰ ਦੀ ਦਹਲੀਜ਼ ਤੇ ਸੀਸ ਰੱਖ ਕੇ ਕਿਸੇ ਸ਼ਰਧਾਲੂ ਭਗਤ ਵਾਂਗ ਕੇਵਲ ਜਿੰਦਰਾ ਹੀ ਪਿਆ ਡੰਡੌਤਾਂ ਕਰਦਾ ਸੀ। ਇੱਕ ਹੋਰ ਮਾਈ ਨੇ ਆਪਣੇ ਘਰੋਂ ਪ੍ਰਸ਼ਾਦਾ ਅਤੇ ਸ਼ਰਧਾਈ ਲਿਆਂਦੀ। ਗਰਮੀ ਦਾ ਮੌਸਮ ਸੀ। ਰਾਤ ਬਾਹਰ ਥੜੇ ਤੇ ਹੀ ਵਿਰਾਜ ਗਏ। 2 ਵਜੇ ਉੱਠ ਕੇ ਨਹਿਰ ਉੱਪਰ ਇਸ਼ਨਾਨ ਕਰਕੇ ਚਾਲੇ ਪਾ ਦਿੱਤੇ। 10 ਵਜੇ ਨੂੰ ਚਮਕੌਰ ਸਾਹਿਬ ਪਹੁੰਚ ਕੇ ਗੁਰਧਾਮਾਂ ਦੀ ਯਾਤਰਾ ਕੀਤੀ ਅਤੇ ਫਿਰ ਅੱਗੇ ਜਾਣ ਲਈ ਨਹਿਰ ਤੇ ਹੀ ਜਾ ਚੜੇ। ਇੱਕ ਸੱਜਣ ਮਗਰ ਦੌੜਿਆ ਜੋ ਗੁਰਦੁਆਰੇ ਦਾ ਪ੍ਰਬੰਧਕ ਹੀ ਜਾਪਦਾ ਸੀ। ਆਵਾਜ਼ ਦਿੱਤੀ ਕਿ ਮਹਾਰਾਜ ਲੰਗਰ ਵਰਤਣ ਲੱਗਾ ਹੈ, ਪ੍ਰਸ਼ਾਦ ਛਕ ਕੇ ਜਾਇਓ। ਇਹ ਉਸਨੇ ਬੇਨਤੀ ਕਰਕੇ ਆਪ ਜੀ ਨੂੰ ਵਾਪਸ ਲੈ ਆਂਦਾ। ਗੁਰੂ ਜੀ ਦੇ ਲੰਗਰੋਂ ਪ੍ਰਸ਼ਾਦ ਛਕ ਕੇ ਫਿਰ ਚਾਲੇ ਪਾ ਦਿੱਤੇ। ਰੋਪੜ ਜਾ ਕੇ ਗੁਰਦੁਆਰਾ ਭੱਠਾ ਸਾਹਿਬ ਅਤੇ ਗੁਰਦੁਆਰਾ ਸਦਾਵਰਤ ਦੇ ਦਰਸ਼ਨ ਕਰਕੇ ਅੱਗੇ ਲੋਧੀ ਮਾਜਰੇ ਜਾ ਰਾਤ ਕੱਟੀ। ਦੂਸਰੇ ਦਿਨ ਦੁਪਹਿਰ ਨੂੰ ਕੀਰਤਪੁਰ ਸਾਹਿਬ ਆ ਗਏ। ਸਾਰੇ ਗੁਰਧਾਮਾਂ ਦੇ ਦਰਸ਼ਨ ਕਰਕੇ ਜਦੋਂ ਚਰਨ ਕਮਲ ਸਾਹਿਬ ਆਏ, ਲੰਗਰ ਸਮਾਪਤ ਹੋ ਚੁੱਕਾ ਸੀ। ਭਾਣੇ ਦਾ ਭੋਜਨ ਅਤੇ ਸ਼ੁਕਰ ਦਾ ਸ਼ਰਬਤ ਪੀਤਾ ਅਤੇ ਹਰੀ ਦੇ ਨਾਮ ਨੂੰ ਹੀ ਅਸਲੀ ਤੋਸ਼ਾ ਜਾਣਿਆ। ਜੋ ਲੋਕ ਅਤੇ ਪਰਲੋਕ ਵਿੱਚ ਨਾਲ ਨਿਭਦਾ ਹੈ, ਹਰ ਕਾ ਨਾਮ ਊਹਾ ਸੰਗ ਤੋਸਾ। ਸ਼ਾਮ ਨੂੰ ਪ੍ਰਸ਼ਾਦਾ ਛਕ ਕੇ ਬਾਹਰ ਪਾਤਾਲਪੁਰੀ ਆਰਾਮ ਕੀਤਾ। ਸਵੇਰੇ ਇੱਥੇ ਇਸ਼ਨਾਨ ਕਰ ਦਿਨ ਚੜ੍ਹਦੇ ਨੂੰ ਅਨੰਦਪੁਰ ਸਾਹਿਬ ਪਹੁੰਚ ਗਏ। ਸ਼ਹੀਦੀ ਬਾਗ ਡੇਰਾ ਕੀਤਾ। ਜਥੇਦਾਰ ਸਾਧੂ ਸਿੰਘ ਅਤੇ ਬਾਬਾ ਮੰਗਲ ਸਿੰਘ ਜੀ ਨੇ, ਜੋ ਕਿ ਦੋਵੇਂ ਸੱਜਣ ਬੜੇ ਗੁਰਮੁਖ ਪਿਆਰੇ ਨਿਹੰਗ ਸਿੰਘ ਸਨ, ਆਪ ਜੀ ਦਾ ਬੜਾ ਆਦਰ ਕੀਤਾ ਅਤੇ ਕੁਝ ਦਿਨ ਠਹਿਰਨ ਵਾਸਤੇ ਬੇਨਤੀ ਕੀਤੀ। ਵੱਡੇ ਬਾਬਾ ਜੀ ਵੀ ਆਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦਰਸ਼ਨਾਂ ਨੂੰ ਆਇਆ।
इन्हां पास ही ठहरिया करदे सन। प्रीतम दी प्यारी खालसा जन्मदाती धरती ने खिच कीती ਅਤੇ इन्हां महापुरुषां दे प्यार आप जी दे नेत्र खुले उठे। प्यारे दी रास जान के दोवां नूं संत बिशन सिंह जी ने जफ्फियां च कुटिया, बड़ा प्यार कीता। संत बिशन सिंह जी अपनी रिहायशी जगह ते जो बाजार विच चौबारा सी उत्थे लै गए। दुध छका के सरीरक क्रिया देखी। आप जी दे बिना पुछे नाल दी संगत नूं कहियो माइयो इहो जही दुर्लभ सेवा नहीं मिलनी, इस असली लुट नूं लुटो। उत्थे ही दर्जी नूं बुला लिया। नाप लैके दोनां महापुरुखां दे कशहरे अते चोले बनवा दिते। एक दिन ठहरे फिर आप जी नूं संत बिशन सिंह जी ननकाना साहिब नूं नाल ही लै गए। आउंदियां ते जांदियां लाहौर शहर दी गुरु धामां दी यात्रा कीती। भागां भरी तलवंडी नूं मत्था टेकिया। जन्म अस्थान ਅਤੇ ਪ੍ਰੀਤਮ ਦੀ ਬਾਲ ਲੀਲਾ, ਪੱਟੀ ਸਾਹਿਬ, ਕਿਆਰਾ ਸਾਹਿਬ, ਮਾਲ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਇਤਿਹਾਸ ਸੁਣਿਆ। ਇੱਥੇ ਆਪ ਰਾਤ ਹੀ ਠਹਿਰੇ। ਇੱਕ ਰਾਤ ਹੀ ਇੱਥੇ ਆਪ ਜੀ ਨੇ ਠਹਿਰਨਾ ਕੀਤਾ। ਫਿਰ ਗੱਡੀ 'ਚ ਅਸਵਾਰ ਹੋ ਕੇ ਸੰਤ ਬਿਸ਼ਨ ਸਿੰਘ ਜੀ ਅਤੇ ਉਹਨਾਂ ਦੇ ਨਾਲ ਦੀ ਹੋਰ ਸੰਗਤ ਸਮੇਤ ਵਾਪਸ ਸ੍ਰੀ ਅੰਮ੍ਰਿਤਸਰ ਹੀ ਆ ਗਏ। ਇਤੋਂ ਸੰਤ ਬਿਸ਼ਨ ਸਿੰਘ ਜੀ ਦੀ ਤਾਂ ਸੰਗਤ ਸਮੇਤ ਦੋ ਚਾਰ ਮਾਈ ਭਾਈ ਪਟਿਆਲੇ ਤੋਂ ਨਾਲ ਆਏ ਸਨ। ਸ੍ਰੀ ਮੁਕਤਸਰ ਸਾਹਿਬ ਜਾਣ ਦੀ ਵਿਚਾਰ ਕਰ ਲਈ। ਆਪ ਜੀ ਨੂੰ ਵੀ ਕਿਹਾ ਕਿ ਤੁਸੀਂ ਸਾਡੇ ਨਾਲ ਹੀ ਚੱਲੋ, ਪਰ ਦੋਨਾਂ ਮਹਾਂਪੁਰਸ਼ਾਂ ਵੱਲੋਂ ਉੱਤਰ ਸੀ ਕਿ ਹਜੇ ਕੁਝ ਸਮਾਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹੀ ਠਹਿਰਨ ਦਾ ਵਿਚਾਰ ਹੈ। ਅੱਗੇ ਜਿਵੇਂ ਸਾਹਿਬ ਨੂੰ ਭਾਵੇ। ਫਿਰ ਸੰਤ ਬਿਸ਼ਨ ਸਿੰਘ ਜੀ ਨੇ ਬੇਨਤੀ ਕੀਤੀ ਕਿ ਅਸਲੀ ਖਿਆਲ ਕੀ ਹੈ ਆਪ ਜੀ ਦਾ। ਤਾਂ ਉੱਤਰ ਦਿੱਤਾ, ਜੇਕਰ ਅਨੁਕੂਲ ਮਿਲ ਗਿਆ ਕਿਸੇ ਇਕਾਂਤ ਅਸਥਾਨ ਤੇ ਹੀ ਬੈਠ ਕੇ ਬੰਦਗੀ ਕਰਾਂਗੇ। ਸੰਤ ਬਿਸ਼ਨ ਸਿੰਘ ਜੀ ਕਹਿਣ ਲੱਗੇ, ਅਸੀਂ ਥੋੜੇ ਦਿਨਾਂ ਤੱਕ ਮੁਕਤਸਰ ਸਾਹਿਬ ਦੀ ਯਾਤਰਾ ਕਰਕੇ ਪਟਿਆਲੇ ਆ ਜਾਵਾਂਗੇ। ਤੁਸੀਂ ਵੀ ਉਸ ਦਿਨ ਤੱਕ ਪੁੱਜ ਜਾਣਾ। ਮੇਰਾ ਮਕਾਨ ਕਿਲੇ ਦੇ ਚੌਂਕ ਵਿੱਚ ਹੈ। ਇਸ ਪਤੇ ਪਰ ਪੁੱਛ ਲੈਣਾ। ਮੈਂ ਤੁਹਾਡੀ ਮਰਜ਼ੀ ਅਨੁਸਾਰ ਨਹਿਰ ਦੇ ਕੰਢੇ ਨਦਮਪੁਰ ਦੇ ਪਾਸ ਛੰਨਾ ਬਣਵਾ ਦੇਵਾਂਗਾ। ਆਪ ਸੁਤੰਤਰ ਬੈਠੇ ਭਜਨ ਕਰੀ ਜਾਣਾ। ਇਉਂ ਆਖ ਕੇ ਆਪ ਤਾਂ ਸੰਤ ਬਿਸ਼ਨ ਸਿੰਘ ਜੀ ਮੁਕਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ। ਆਪ ਜੀ ਵੀ ਕੁਝ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਠਹਿਰੇ। ਫਿਰ ਸੰਤ ਬਿਸ਼ਨ ਸਿੰਘ ਜੀ ਦੇ ਦੱਸੇ ਪਤੇ ਪਰ ਨਿਯਤ ਦਿਨ ਪਟਿਆਲੇ ਪਹੁੰਚ ਗਏ। ਅੱਗੋਂ ਸੰਤ ਬਿਸ਼ਨ ਸਿੰਘ ਜੀ ਵੱਲੋਂ ਆਦਮੀ ਅਤੇ ਟਾਂਗਾ ਸਟੇਸ਼ਨ ਤੇ ਆਪ ਦੀ ਉਡੀਕ ਲਈ ਖੜਾ ਸੀ। ਗੱਡੀ ਤੋਂ ਉਤਰਦਿਆਂ ਹੀ ਸੇਵਾਦਾਰ ਨੇ ਲਿਵਾਸ ਤੋਂ ਪਹਿਚਾਣ ਲਿਆ ਅਤੇ ਦੋਨਾਂ ਮਹਾਂਪੁਰਸ਼ਾਂ ਨੂੰ ਨਮਸਕਾਰ ਕੀਤੀ। ਟਾਂਗੇ ਵਿੱਚ ਬਿਠਾ ਕੇ ਕਿਲੇ ਦੇ ਚੌਂਕ ਪੁੱਜਾ। ਅੱਗੋਂ ਸੰਤ ਬਿਸ਼ਨ ਸਿੰਘ ਜੀ ਸੰਗਤ ਦੇ ਸਮੇਤ ਆਪ ਜੀ ਦੀ ਉਡੀਕ ਵਿੱਚ ਸਵਾਗਤ ਲਈ ਰਾਹ ਤੱਕ ਰਹਿ ਗਏ ਸਨ। ਪਰਸਪਰ ਬੜੇ ਪਿਆਰ ਨਾਲ ਮਿਲੇ। ਹੋਰ ਪ੍ਰੇਮੀਆਂ ਨੇ ਤਿਲ ਫੁੱਲ ਭੇਟਾ ਕਰਕੇ ਆਪ ਜੀ ਨੂੰ ਮੱਥਾ ਟੇਕਿਆ। ਸੰਤ ਬਿਸ਼ਨ ਸਿੰਘ ਜੀ ਨੇ ਆਪਣੇ ਪਾਸ ਹੀ ਯਥਾਯੋਗ ਰਿਹਾਇਸ਼ ਦਾ ਪ੍ਰਬੰਧ ਕਰ ਦਿੱਤਾ। ਪਰ ਆਪ ਜੀ ਦਾ ਇੱਥੇ ਸ਼ਹਿਰ ਵਿੱਚ ਦਿਲ ਨਾ ਲੱਗਾ। ਇੱਕ ਤਾਂ ਹਰ ਸਮੇਂ ਆਪ ਦੇ ਦਰਸ਼ਨਾਂ ਲਈ ਸੰਗਤ ਦਾ ਮੇਲਾ ਜੁੜਿਆ ਰਹਿੰਦਾ ਸੀ। ਦੂਜੀ ਗੱਲ, ਲੋਕੀ ਆਪਣੇ ਘਰੀ ਚਰਨ ਪਵਾਉਣ ਵਾਸਤੇ
ਅਤੇ ਲੰਗਰ ਪ੍ਰਸ਼ਾਦੇ ਚਾਹ ਲਈ ਬੇਨਤੀਆਂ ਕਰਦੇ ਰਹਿੰਦੇ ਸਨ। ਦਿਨੇ ਤਾਂ ਆਪ ਅੰਦਰ ਹੀ ਭਜਨ ਵਿੱਚ ਲੀਨ ਰਹਿੰਦੇ, ਸਿਰਫ ਸ਼ਾਮੀ ਬਾਹਰ ਨਿਕਲਿਆ ਕਰਦੇ। ਸ਼ਾਮ ਦੇ ਵਕਤ ਸੱਜਣ ਮਿਲਦੇ ਤਾਂ ਮਗਰ ਲੱਗ ਤੁਰਦੇ। ਇਉਂ ਦੋ ਤਿੰਨ ਦਿਨ ਬੜੀ ਮੁਸ਼ਕਲ ਨਾਲ ਕੱਟੇ। ਫਿਰ ਸੰਤ ਬਿਸ਼ਨ ਸਿੰਘ ਜੀ ਨੂੰ ਕਿਹਾ ਕਿ ਜੋ ਤੁਸੀਂ ਛੰਨਾ ਬਣਾਉਣ ਵਾਸਤੇ ਕਿਹਾ ਸੀ ਕਿ ਉਹ ਤਿਆਰ ਹੋ ਗਈਆਂ ਹਨ। ਅੱਗੋਂ ਸੰਤ ਜੀ ਨੇ ਬੇਨਤੀ ਕੀਤੀ, ਮੈਂ ਅਜੇ ਤੱਕ ਉਸ ਕੰਮ ਨੂੰ ਨਹੀਂ ਕਰ ਸਕਿਆ, ਆਪ ਹਜੇ ਕੁਝ ਦਿਨ ਹੋਰ ਇੱਥੇ ਦਰਸ਼ਨ ਦਵੋ, ਮੈਂ ਛੇਤੀ ਹੀ ਛੰਨਾ ਤਿਆਰ ਕਰਵਾ ਦਿਆਂਗਾ। ਪਰ ਆਪ ਜੀ ਦਾ ਮਨ ਬਹੁਤਾ ਇਕਾਂਤ ਪਸੰਦ ਸੀ, ਇਸ ਕਰਕੇ ਕਾਹਲਾ ਪੈ ਗਿਆ ਅਤੇ ਚੱਲਣ ਲਈ ਤਿਆਰ ਹੋ ਗਏ। ਤੋਪਖਾਨੇ ਦੇ ਗ੍ਰੰਥੀ ਭਾਈ ਗੁਰਬਖਸ਼ ਸਿੰਘ ਨੂੰ ਪਤਾ ਲੱਗਾ। ਉਸਨੇ ਬੇਨਤੀ ਕੀਤੀ, ਆਪ ਮੇਰੇ ਪਿੰਡ ਚੱਲੋ, ਬੜੀ ਇਕਾਂਤ ਜਗ੍ਹਾ ਹੈ, ਮੇਰੇ ਖੇਤ ਵਿੱਚ ਹੀ ਗੁਰਦੁਆਰਾ ਸਾਹਿਬ ਹੈ। ਜੇਕਰ ਉਹ ਥਾਂ ਤੁਹਾਡੇ ਪਸੰਦ ਆ ਜਾਵੇ ਤਾਂ ਮੈਂ ਆਪਣੇ ਧਨ ਭਾਗ ਸਮਝਾਂਗਾ। ਮੰਡਿਆਣੇ ਜਾਣਾ। ਕੁਝ ਦਿਨਾਂ ਦੀ ਸੰਤ ਬਿਸ਼ਨ ਸਿੰਘ ਜੀ ਤੋਂ ਆਗਿਆ ਲੈ ਕਰਕੇ ਆਪ ਜੀ ਗ੍ਰੰਥੀ ਗੁਰਬਖਸ਼ ਸਿੰਘ ਜੀ ਦੇ ਨਾਲ ਉਹਦੇ ਪਿੰਡ ਮੰਡਿਆਣੇ ਪੁੱਜ ਗਏ, ਜੋ ਰਾਜਪੁਰੇ ਤੋਂ 5 ਮੀਲਾਂ ਤੇ ਹੈ। ਇਹਨਾਂ ਨੇ ਆਪ ਜੀ ਦੀ ਰਿਹਾਇਸ਼ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਵਿੱਚ ਕਰ ਦਿੱਤਾ। ਘਰੋਂ ਪ੍ਰਸ਼ਾਦ ਲਿਆ ਕੇ ਛਕਾਇਆ। ਦੂਜੇ ਦਿਨ ਨਗਰ ਦੇ ਲੋਕ ਇਕੱਠੇ ਕਰਕੇ ਆਖਿਆ, ਇਹ ਦੋਵੇਂ ਬੜੇ ਤਿਆਗੀ, ਵੈਰਾਗੀ, ਪੂਰਨ ਤਪਸਵੀ ਮਹਾਪੁਰਸ਼ ਹਨ। ਤੁਸੀਂ ਇਹਨਾਂ ਦੀ ਬੜੇ ਪਿਆਰ ਨਾਲ ਸੇਵਾ ਕਰਨੀ ਹੈ। ਲੋਕ ਸੁਣ ਕੇ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਜੇ ਜਿਵੇਂ ਆਪ ਕਹੋਗੇ ਉਸੇ ਤਰ੍ਹਾਂ ਹੀ ਸੇਵਾ ਕੀਤੀ ਜਾਵੇਗੀ। ਆਪ ਇੱਥੇ ਜ਼ਰੂਰ ਟਿਕੇ, ਕੋਈ ਰੱਬ ਦੇ ਘਰ ਦੀ ਗੱਲਬਾਤ ਸਾਨੂੰ ਸੁਣਾਇਆ ਕਰੋ। ਆਪ ਜੀ ਟਿਕ ਜਾਓ ਮਹਾਪੁਰਸ਼ੋ ਇੱਥੇ। ਆਪ ਜੀ ਨੂੰ ਛੱਡ ਕੇ ਗ੍ਰੰਥੀ ਗੁਰਬਖਸ਼ ਸਿੰਘ ਤਾਂ ਮੁੜ ਆਪਣੀ ਡਿਊਟੀ ਤੇ ਪਟਿਆਲੇ ਵਾਪਸ ਆ ਗਿਆ। ਆਪ ਇੱਥੇ 7 ਦਿਨ ਠਹਿਰੇ। ਨਗਰ ਵਾਲਿਆਂ ਨੇ ਸੇਵਾ ਤਾਂ ਚੰਗੀ ਕੀਤੀ, ਪਰ 1-2 ਕਾਰਨਾਂ ਕਰਕੇ ਇਥੋਂ ਵੀ ਮਨ ਉਪਰਾਮ ਹੋ ਗਿਆ। ਇੱਕ ਤਾਂ ਪਿੰਡ ਦਾ ਖੂਹ ਜੋ ਗੁਰਦੁਆਰੇ ਦੇ ਨਾਲ ਹੀ ਸੀ, ਸਾਰੇ ਲੋਕ ਮਾਈ ਭਾਈ ਇਥੋਂ ਪਾਣੀ ਭਰਨ ਵਾਸਤੇ ਆਉਂਦੇ ਸਨ, ਸੋ ਦਿਨੇ ਮੇਲਾ ਹੀ ਲੱਗਿਆ ਰਹਿੰਦਾ ਸੀ। ਅਤੇ ਦੂਜਾ ਕਾਰਨ, ਇਸ ਇਲਾਕੇ ਦੀ ਮਿੱਟੀ ਦਾ ਰੰਗ ਲਾਲ ਸੀ, ਜਿੱਥੇ ਵੀ ਬੈਠਣਾ ਕਸ਼ਹਿਰੇ ਰੰਗੇ ਜਾਂਦੇ। ਇਹ ਨਗਰ ਨਿਵਾਸੀਆਂ ਦੇ ਪੁੰਨ ਨਿਉਣ ਹੋਣ ਦੇ ਕਾਰਨ ਆਪ ਇਥੋਂ ਵੀ ਪਿੰਡਾਂ ਵਿੱਚ ਦੀ ਰਾਜਪੁਰੇ ਨੂੰ ਚਲੇ ਗਏ। ਪੈਸਾ ਤਾਂ ਪਾਸ ਰੱਖਦੇ ਨਹੀਂ ਸਨ। ਮੰਡਿਆਣੇ ਤੋਂ ਪਿੰਡਾਂ ਦੇ ਰਸਤੇ ਰਾਜਪੁਰੇ ਨੂੰ ਪੈਦਲ ਹੀ ਤੁਰ ਪਏ। ਗਰਮੀ ਦਾ ਮੌਸਮ ਸੀ। ਰਸਤੇ ਵਿੱਚ ਵੱਡੇ ਸੰਤ ਜੀ ਮਹਾਰਾਜ ਨੇ ਛੋਟਿਆਂ ਪਾਸ ਸੰਕਲਪ ਕੀਤਾ, ਪਿਆਸ ਬੜੀ ਲੱਗੀ ਹੈ, ਜੇਕਰ ਕੋਲ ਪੈਸੇ ਹੁੰਦੇ ਤਾਂ ਰਾਜਪੁਰੇ ਜਾ ਕੇ ਕਿਤੇ ਲੱਸੀ ਪਾਣੀ ਛਕ ਲੈਂਦੇ। ਪ੍ਰਭ ਦਾਸ ਕਾ ਦੁੱਖ ਨਾ ਖਬ ਸਕੈ। ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਪਹੁੰਚ ਗਈ। ਹੋਇਆ ਤਾਂ ਆਪਸ ਵਿੱਚ ਸੰਕਲਪ ਸੀ। ਉਸ ਸਮੇਂ ਇੱਕ ਮੱਝੀਆਂ ਲਈ ਜਾਂਦਾ ਕੋਈ ਨਾ ਵਾਕਫ ਸੱਜਣ, ਜਿਸ ਦੇ ਸਿਰ ਤੇ ਨੀਲੀ ਦਸਤਾਰ ਸੀ, ਪਿੱਛੋਂ ਚੁੱਕਵੇਂ ਪੈਰੀ ਆਪ ਜੀ ਦੇ ਪਾਸ ਆ ਗਿਆ, ਆ ਰਲਿਆ। ਨਮਸਕਾਰ ਕਰਕੇ 10 ਦਾ ਨੋਟ ਅੱਗੇ ਰੱਖਿਆ ਅਤੇ ਬੇਨਤੀ ਕੀਤੀ, ਇਸ ਦਾ ਕਿਤੇ ਜਲ ਪਾਣੀ ਛਕ ਲੈਣਾ। ਬਥੇਰੀ ਨਾ ਨੁੱਕਰ ਕੀਤੀ, ਪਰ ਪੈਸੇ ਰੱਖ ਕੇ ਉਹ ਤਾਂ ਛੇਤੀ ਉੱਠ ਕੇ ਚਲਿਆ ਗਿਆ।
फिर उस बाबे दा पता नहीं लग्या वो बाबा कित्थे चलिया गया। राजपुरे पुज के उन्हां पैसिਆਂ ਨਾਲ जल पानी छकिया ਅਤੇ राजपुरे तो 2 टिकटां लैके गड्डी बैठ गए ਅਤੇ आप जी पटियाले आ गए। संत जी ने राड़े दी ढक्की नूं भाग लगाउणे। पटियाले तो संत बिशन सिंह जी दे कोल रहिंदे आ। आप जी नूं राड़े वाले सरदार ज्ञान सिंह ने बेनती कीती, जो संत महाराज जी रेरू साहिब वालियां दे पास आप जी दे हुंदियां कई वार आया सी ਅਤੇ ਪਟਿਆਲੇ ਪੜਨ ਸਮੇਂ ਦਾ ਵੀ ਚੰਗਾ ਜਾਣੂ ਸੀ। ਇਹ ਉਸ ਸਮੇਂ ਮੈਜਿਸਟ੍ਰੇਟ ਲੱਗਾ ਹੋਇਆ ਸੀ। ਮੇਰੇ ਪਿੰਡ ਰਾੜੇ ਬੜਾ ਖੁੱਲਾ ਢੱਕ ਪਿਆ ਹੈ। ਜੇਕਰ ਤੁਹਾਡਾ ਖਿਆਲ ਹੋਵੇ ਮੈਂ ਆਪ ਉੱਥੇ ਜਾ ਕੇ ਆਪ ਜੀ ਨੂੰ ਛੱਡ ਆਵਾਂਗਾ। रिहाइश ਅਤੇ ਪ੍ਰਸ਼ਾਦੇ ਦਾ ਪ੍ਰਬੰਧ ਹੋ ਜਾਏਗਾ। ਸੰਤ ਜੀ ਮੜਿਆਣੇ ਤੋਂ ਮੁੜ ਪਟਿਆਲੇ ਆ ਗਏ। ਅੱਗੇ ਕੁਦਰਤੀ ਸਟੇਸ਼ਨ ਤੇ ਹੀ ਸਰਦਾਰ ਗਿਆਨ ਸਿੰਘ ਮਿਲ ਗਿਆ। ਸਾਰੀ ਗੱਲਬਾਤ ਹੋਈ ਅਤੇ ਕਿਹਾ ਜੇਕਰ 2 ਦਿਨ ਠਹਿਰੋ ਤਾਂ ਮੈਂ ਐਤਵਾਰ ਨੂੰ ਤੁਹਾਡੇ ਨਾਲ ਹੀ ਚੱਲਾਂਗਾ, नहीं तो आप चलो, मैं ऐतवार नूं पुज के सारा इंतजाम करवा देंगा। आप जी ने कहा सानू जगह दा पता दस दिओ, असीं हुणे ही जाना चाहुंदे हां, ऐतवार तक शहर विच नहीं ठहरना। तद सरदार ज्ञान सिंह राड़े वाला संतां नूं रात अपनी कोठी लै गया ते प्रसाद छका के एकांत जगह आराम कीता। सवेरे उसने आप जी नूं 2 टिकट पटियाले तो चावे स्टेशन तक दे लै दिते ਅਤੇ एक चिट्ठी भी पायल दे थानेदार नूं लिख के दे दिती ते कहा कि तुसां चावे तो पायल तक टांगा करवा लेना ਅਤੇ पायल जाके ये चिट्ठी थानेदार नूं दे देनी। ਅੱਗੇ ਤੁਹਾਡੇ ਪੁੱਜਣ ਦਾ ਉਹ ਆਪੇ ਹੀ ਇੰਤਜ਼ਾਮ ਕਰ ਦੇਵੇਗਾ। ਦੂਜੀ ਚਿੱਠੀ ਆਪਣੇ ਮੁਖਤਿਆਰ ਦੇ ਨਾਮ ਲਿਖ ਦਿੱਤੀ ਕਿ ਉਹਨਾਂ ਦੀ ਰਿਹਾਇਸ਼ ਅਤੇ ਖਾਣੇ ਦਾ ਚੰਗਾ ਪ੍ਰਬੰਧ ਕਰ ਦੇਣਾ। ਆਪ ਜੀ ਪਟਿਆਲੇ ਤੋਂ ਗੱਡੀ ਬੈਠ ਕੇ ਰਾਜਪੁਰੇ ਵਿੱਚ ਦੀ ਚਾਵੇ ਆ ਉਤਰੇ, पर ना टांगा पुछया ना ही पायल दे थानेदार नूं मिले। सीधे ही बाणी दा पाठ करदियां करदियां पैदल ही चल पए अते राड़े आ गए। सरदार ज्ञान सिंह दे मुखतियार करम सिंह पहलवान नूं जो कणगसा पिंड दा सी, जिस कणगसा नगर विच अज आपां श्री संत आश्रम साहिब दे विच बैठ करके आप जी नूं संत महाराज दी महिमा सुना रहे का, इस नगर दा कणगसा दा सरदार करम सिंह पहलवान सी। सरदार दी चिट्ठी दिती, उसने भाई तारा सिंह ग्रंथी नूं कह के गुरुद्वारा साहिब विच कमरा खाली करवा के 2 बिस्तरे लगा दिते अते लांगरी नूं भी प्रसादे वास्ते कह दिता। आप जी दिने तां सारा दिन ढक विच रहिंदे, रात नूं भी कमरे विच तां घट ही आउंदे, बाहर ही ठहरदे, इशनान करके धरती दी शोभा वधाउंदे। जिथे बैसन साध जन सो थान सुगंधा, सा धरती पई हरियावली। ऐतवार नूं सरदार ज्ञान सिंह ने भी आप जी पास आके मत्था टेकिया। ग्रंथी तारा सिंह अते मल करम सिंह तो इलावा होर भी नगर निवासी जिस दे नाल सन ढक्की फिर के देखी अते पुछया कि तुहानू केड़ी जगह पसंद है, उत्थे मैं कमरा बनवा देवांगा। तां आप जी ने कहा कि रात नूं तां असीं इसे उच्चे टिब्बे पर ही बैठिया करांगे, दिने ढक्कां विच सानू अजे किसी चीज की जरूरत नहीं है।
गुजरी तो गुजरान किया, झोंपड़ी और मैदान किया। ਆਪਣੇ ਮੁਖਤਿਆਰ ਅਤੇ ਗ੍ਰੰਥੀ ਤਾਰਾ ਸਿੰਘ ਨੂੰ ਸੇਵਾ ਕਰਨ ਦੀ ਤਾਕੀਦ ਕਰਕੇ ਸਰਦਾਰ ਗਿਆਨ ਸਿੰਘ ਪਟਿਆਲੇ ਨੂੰ ਚਲਿਆ ਗਿਆ ਅਤੇ ਆਪ ਜੀ ਦਿਨੇ 8 ਪਹਿਰੀ ਗੁਰਦੁਆਰੇ ਸਾਹਿਬ ਪ੍ਰਸ਼ਾਦਾ ਛਕਣ ਲਈ ਜਾਇਆ ਕਰਦੇ। ਉਸੇ ਟਾਈਮ ਥੋੜਾ ਸਮਾਂ ਉੱਥੇ ਆਰਾਮ ਵੀ ਕਰ ਲਿਆ ਕਰਦੇ। ਬਾਕੀ ਦਿਨ ਦਾ ਸਮਾਂ ਬਾਹਰ ਢੱਕ ਵਿੱਚ ਹੀ ਅਤੇ ਰਾਤ ਉੱਚੇ ਟਿੱਬੇ ਤੇ ਬਤੀਤ ਕਰਿਆ ਕਰਦੇ। ਸਵੇਰੇ 2 ਵਜੇ ਨਹਿਰ ਵਿੱਚ ਅਤੇ ਕਦੀ ਰਾੜੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਸ਼ਨਾਨ ਕਰਿਆ ਕਰਦੇ। ਜਦੋਂ ਦੇ ਆਪ ਇਸ ਢੱਕੀ ਵਿੱਚ ਆਏ ਉਸ ਸਮੇਂ ਤੋਂ ਹੀ ਇਹ ਨਿਯਮ ਬਣਾ ਲਿਆ ਕਿ ਸ਼ਾਮੀ ਰੋਜ਼ ਹੀ ਰਾੜੇ ਪਿੰਡ ਦੇ ਗੁਰਦੁਆਰਾ ਸਾਹਿਬ ਜਾ ਕੇ ਕੀਰਤਨ ਕਰਿਆ ਕਰਾਂਗੇ। ਲੋਕੀ ਜੁੜ ਜਾਂਦੇ। ਸੁਰੀਲਾ ਗਲਾ, ਮਿੱਠੀ ਸੁਰ, ਅੰਦਰੋਂ ਪ੍ਰੇਮ ਦੀ ਭਿੱਜੀ ਵੈਰਾਗ ਵਿੱਚ ਲਪੇਟੀ ਬਾਣੀ ਰਸਨਾ ਦੁਆਰਾ ਬਾਹਰ ਆਉਂਦੇ। ਮਾਨੋ ਅੰਮ੍ਰਿਤ ਦੀ ਵਰਖਾ ਹੁੰਦੀ ਸੀ। ਜਿਨ ਅੰਦਰ ਪ੍ਰੀਤ ਪਿਰਮ ਕੀ, ਜਿਉ ਬੋਲਣ ਤੇ ਵੈ ਸੁਹਾਨ। ਕਦੀ ਵਾਜੇ ਨਾਲ, ਕਦੀ ਨਾਮਦੇਵ ਦੀਆਂ ਖੜਤਾਲਾਂ ਵਾਂਗ, ਇਕੱਲੇ ਚਿਮਟੇ ਨਾਲ ਸ਼ਬਦ ਪੜ੍ਹਨੇ ਤਾਂ ਮਰਦਾਨੇ ਦੀ ਰਬਾਬ ਵਾਂਗ। ਜੰਗਲ ਦੇ ਪੰਛੀ ਆ ਜੁੜਦੇ, ਚਲਦੇ ਪੌਣ ਰੁਕ ਜਾਇਆ ਕਰਦੇ, ਤਪਦੇ ਹਿਰਦੇ ਸ਼ਾਂਤ ਹੋ ਜਾਇਆ ਕਰਦੇ ਸਨ। ਜਦੋਂ ਵਾਜੇ ਨਾਲ ਕੀਰਤਨ ਕਰਦੇ ਫਿਰ ਤਾਂ ਦੇਵਪੁਰੀ ਦਾ ਦ੍ਰਿਸ਼ ਅੱਗੇ ਆ ਜਾਇਆ ਕਰਦਾ। ਇੰਦਰਪੁਰੀ ਦੇ ਸਾਜ ਵੀ ਮਾਤ ਪੈ ਗਏ, ਇੰਦਰਪੁਰੀ ਦੇ ਸਾਜ ਵੀ ਮਾਤ ਪੈ ਗਏ। ਤੇਰਾ ਵੱਜਿਆ ਜਾਂ ਇੱਕ ਵਾਰ ਵਾਜਾ, ਪੱਥਰ ਹੋਣ ਪਾਣੀ, ਕਾਇਰ ਮਰਦ ਬਣਦੇ, ਤਪਦੇ ਦਿਲਾਂ ਨੂੰ ਕਰ ਗਿਆ ਠਾਰ ਵਾਜਾ। ਭਾਦੋਂ ਮਹੀਨੇ ਦੀ ਭਾਗਾਂ ਭਰੀ ਸੰਗਰਾਂਦ ਆ ਗਈ। ਲੋਕੀ ਰਾੜੇ ਸਾਹਿਬ ਦੇ ਗੁਰਦੁਆਰੇ ਇਕੱਠੇ ਹੋਏ। ਆਪ ਜੀ ਨੇ ਰਸ ਪਿੰਨਾ ਵੈਰਾਗਮਈ ਕੀਰਤਨ ਕੀਤਾ। ਮਹੀਨਾ ਪੜਿਆ ਅਰਸ਼ੀ ਹੁਕਮ ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਖੇਤ। ਹਿਤਕਾਰੀ ਗੁਰੂ ਜਿਨ੍ਹਾਂ ਨੂੰ ਰੱਖਣ ਵਾਲਾ ਹੋਇਆ ਉਹ ਨਰਕਾਂ ਵਿੱਚ ਨਹੀਂ ਪੈਂਦੇ। ਗੁਰੂ ਮਹਿਮਾ ਦਾ ਵਾਕ ਸੁਣ ਕੇ ਸਰੋਤੇ ਵਜਦ ਵਿੱਚ ਝੂਮ ਉੱਠੇ। ਕੋਈ ਅਗੰਮੀ ਰਸ ਆਇਆ ਫਿਰ ਤਾਂ ਉਹਨਾਂ ਨੇ ਹਰ ਰੋਜ਼ ਸ਼ਾਮ ਦੇ ਦੀਵਾਨ ਵਿੱਚ ਆਉਣ ਦਾ ਨਿਯਮ ਬਣਾ ਲਿਆ। ਕਾਫੀ ਇਕੱਠ ਹੋਣ ਲੱਗ ਪਿਆ। ਰਾਤ ਨੂੰ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਨਾਲ ਸਰਦਾਰ ਦਾ ਮੁਖਤਿਆਰ ਕਰਮ ਸਿੰਘ ਮੱਲ ਤੇ ਹੋਰ ਪ੍ਰੇਮੀ ਢੱਕ ਤੱਕ ਛੱਡਣ ਆਉਂਦੇ। ਦੋਵਾਂ ਮਹਾਪੁਰਸ਼ਾਂ ਨੂੰ ਦੁੱਧ ਪਾਨ ਕਰਵਾ ਕੇ ਵਾਪਸ ਜਾਂਦੇ। ਆਪ ਸ਼ਾਮ ਨੂੰ ਪ੍ਰਸ਼ਾਦਾ ਨਹੀਂ ਛਕਦੇ ਸਨ। ਕੁਝ ਸਮੇਂ ਪਿੱਛੋਂ ਆਪ ਜੀ ਨੇ ਇਸ਼ਨਾਨ ਵਾਸਤੇ ਸਰਦਾਰ ਨੇ ਇੱਕ ਨਲਕਾ ਵੀ ਇੱਥੇ ਲਗਵਾ ਦਿੱਤਾ ਸੀ। ਆਪ ਜੀ ਨੂੰ ਦਿਨੇ ਢੱਕ ਵਿੱਚ ਬੈਠਿਆਂ ਦੇਖ ਕੇ ਡੰਗਰ ਚਾਰਨ ਵਾਲੇ ਲੋਕੀ ਘਰੀ ਜਾ ਕੇ ਆਖਿਆ ਕਰਦੇ ਕਿ ਪਤਾ ਨਹੀਂ ਇਹ ਕੌਣ ਹਨ, ਨਵੇਂ ਹੀ ਆਏ ਹਨ, ਕਿਸੇ ਨਾਲ ਬੋਲਦੇ ਨਹੀਂ, ਸਾਦਾ ਲਿਬਾਸ ਨੇਤਰ ਬੰਦੀ ਰੱਖਦੇ ਹਨ, ਪਤਾ ਨਹੀਂ ਕੀ ਖਾਂਦੇ ਐ, ਕੌਣ ਸੇਵਾ ਕਰਦਾ ਇਹਨਾਂ ਦੀ, ਕੀ ਇਹਨਾਂ ਦਾ ਪ੍ਰਯੋਜਨ ਹੈ। ਆਪੋ ਆਪਣੇ ਖਿਆਲਾਂ ਅਨੁਸਾਰ ਪਿੰਡੂ ਲੋਕ ਮਨਮਤ ਦੇ ਘੋੜੇ ਦੜਾਉਂਦੇ, ਕਈ ਦੇਖਣ ਆਉਂਦੇ, ਦੂਰੋਂ ਹੀ ਕਿਆਸ ਲਗਾਉਂਦੇ। ਮਸਤਕ ਦੀ ਜੋਤ ਕਿਸੇ ਅਮੀਰ ਘਰਾਣੇ ਦੇ ਨੌ ਨਿਕਾਲ ਦਰਸਾਉਂਦੀ ਹੈ, ਪਰ ਇਹ ਸੁੰਦਰਤਾ, ਇਹ ਜਵਾਨੀ ਕਿਸੇ ਭਾਗਾਂ ਵਾਲੀ ਮਾਂ ਦੇ ਲਾਲ ਕਰੋ ਰੁੱਸ ਤੁਰੇਗਨ। ਉਸ ਵਿਚਾਰੀ ਦਾ ਕੀ ਹਾਲ ਹੁੰਦਾ ਹੋਵੇਗਾ, ਜਾਂ ਰਾਮ ਲక్ష్మణ ਵਾਂਗ ਕਿਸੇ ਮਤਰੇਈ ਕਕਈ ਦੀਆਂ ਝੜਕਾਂ ਦਾ ਸ਼ਿਕਾਰ ਹੋਏ ਹੋਣਗੇ। ਉਸ ਸਮੇਂ ਅਕਾਲੀ ਲਹਿਰ ਜੋਰਾਂ ਤੇ ਸੀ। ਦੇਸ਼ ਭਗਤ ਕੌਮੀ ਪਰਵਾਨਿਆਂ ਨੂੰ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਹਨੇ ਹਨੇ ਮੀਰੀ ਹੋਣ ਤੇ ਕਾਰਨ ਕਈ ਚੋਰ ਡਾਕੂ ਵੀ ਇਹਨਾਂ ਮਰਜੀਵੜਿਆਂ ਦਾ ਭੇਸ ਬਣਾ ਕੇ ਇਹੋ ਜਿਹੇ ਝੱਲਾਂ ਵਿੱਚ ਰਹਿਣ ਲੱਗ ਜਾਂਦੇ ਸਨ। ਕੋਈ ਕਹਿੰਦਾ ਇਹ ਉਹਨਾਂ ਚੋਂ ਨੇ, ਪਰ ਸਹੀ ਰੂਪ ਵਿੱਚ ਕੋਈ ਜਾਣ ਨਾ ਸਕੇ, ਕਿਉਂਕਿ ਇਹਨਾਂ ਪਾਸ ਇਹ ਅੱਖਾਂ ਨਹੀਂ ਸਨ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਪਰਖਣ ਵਾਲੀ ਅੱਖ ਰਾਏ ਬੁਲਾਰ ਅਤੇ ਬੇਬੇ ਨਾਨਕੀ ਨੂੰ ਬਖਸ਼ੀ। ਪਿਤਾ ਕਾਲੂ ਨੇ ਤਾਂ ਬੇਛਲੜਾਂ ਪਿੱਛੇ ਮੂੰਹ ਤੇ ਥੱਪੜ ਕੀ ਮਾਰ ਦਿੱਤੇ ਸਨ। ਸ਼੍ਰੀ ਰਾਮ ਜੀ ਪੂਰਨ ਅਵਤਾਰ ਗਏ ਸਨ, ਭੇਦ ਪਾ ਨਾ ਸਕੀ ਰਾਵਣ ਵਿਦਵਾਨ ਦੀ ਅੱਖ। ਜਦੋਂ ਦੇਖਿਆ ਖਾਸ ਖਿਆਲ ਕਰਕੇ ਫੌਰਨ ਤਾੜ ਗਈ ਬਲੀ ਹਨੂਮਾਨ ਦੀ ਅੱਖ। 16 ਕਲਾਂ ਵਾਲੇ ਸ਼੍ਰੀ ਕ੍ਰਿਸ਼ਨ ਜੀ ਨੂੰ ਜਾਣ ਸਕੀ ਨਾ ਦੁਰਜੋਧਨ ਨਾਦਾਨ ਦੀ ਅੱਖ। ਨਿਗਾਹ ਲੜੀ ਤਾਂ ਮੁਰਲੀ ਮਨੋਹਰ ਜੀ ਦੇ ਫੌਰਨ ਜਾਣ ਗਏ ਅਰਜਨ ਬਲਵਾਨ ਦੀ ਅੱਖ। ਕਦਰ ਲਾਲਾਂ ਦੀ ਜੌਹਰੀ ਹੀ ਜਾਣਦੇ ਨੇ, ਕਦਰ ਲਾਲਾਂ ਦੀ ਜੌਹਰੀ ਹੀ ਜਾਣਦੇ ਨੇ। ਕਦਰ ਜ਼ਮੀਨ ਦੀ ਪੁੱਛ ਜ਼ਿਮੀਂਦਾਰ ਕੋਲੋਂ, ਕਦਰ ਨਾਨਕ ਦੀ ਪੁੱਛ ਬੇਬੇ ਨਾਨਕੀ ਤੋਂ। ਜਾਂ ਤੂੰ ਪੁੱਛ ਲੈ ਰਾਏ ਬੁਲਾਰ ਕੋਲੋਂ। ਆਪੋ ਆਪਣੀ ਸ਼ਰਧਾ ਅਨੁਸਾਰ ਹਰ ਕੋਈ ਅੱਖ ਪੂਰਨ ਅਪੂਰਨ ਦੇਖਦੀ ਹੈ। ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਮਾਤਾ ਗੁਜਰੀ ਜੀ ਆਪਣਾ ਲਾਲ ਸਮਝਦੇ ਸਨ। ਸਿੱਖਾਂ ਦਾ 10ਵਾਂ ਗੁਰੂ, ਪ੍ਰਜਾ ਦਾ ਮਾਲਕ, ਭਗਤਾਂ ਦਾ ਭਗਵਾਨ ਅਤੇ ਸ਼ਰਧਾਲੂ ਹਿਰਦਿਆਂ ਲਈ ਗੁਰੂ ਨਾਨਕ ਦੀ ਪ੍ਰਤੱਖ ਜੋਤ। ਕੁਝ ਕੁ ਸਮਾਂ ਤਾਂ ਆਮ ਲੋਕਾਂ ਦੇ ਖਿਆਲ ਨਾ ਬਦਲੇ, ਪਰ ਜਦੋਂ ਉਹਨਾਂ ਨਿੰਦਕਾਂ ਦੇ ਮੰਦੇ ਕਰਮ ਦਬ ਗਏ, ਚੰਗੇ ਕਰਮ ਪ੍ਰਗਟ ਹੋਏ ਅਤੇ ਪੂਰਬਲੇ ਪੁੰਨ ਫਲ ਦੇਣ ਨੂੰ ਅੱਗੇ ਆਏ, ਤਾਂ ਆਪ ਜੀ ਦੇ ਪਾਸ ਸਾਰੇ ਦੀਵਾਨ ਦੇ ਸਮੇਂ ਪੁੱਜਣ ਲੱਗ ਪਏ। ਫੇਰ ਕੀ ਸੀ, ਕੀਰਤਨ ਸੁਣ ਕੇ ਤਾਂ ਪੱਥਰ ਦਿਲ ਵੀ ਢਹਿ ਜਾਂਦੇ ਹਨ, ਕਿਉਂਕਿ ਇਸ ਕੀਰਤਨ ਦੀ ਧੁਨੀ ਵਿੱਚ ਕੋਈ ਕੋਇਲ ਦੀ ਸੁਰੀਲੀ ਆਵਾਜ਼, ਬਬੀਗੇ ਦੀ ਮਿੱਠੀ ਮਿੱਠੀ ਪੁਕਾਰ, ਘੁੱਗੀਆਂ ਦੀ ਘੰਟਿਆਂ ਬੱਧੀ ਇੱਕੋ ਤੂੰ ਦੀ ਲੰਮੀ ਆਵਾਜ਼ ਹੇਕ ਲੀਨ ਹੋ ਜਾਂਦੀ। ਰਸ ਇਤਨਾ ਵੱਜਦਾ, ਜਿਸ ਰਸ ਵਿੱਚ ਜੋਗੀ ਆਪਣੇ ਆਪ ਨੂੰ ਮੇਲਣ ਵਾਸਤੇ ਜੁਗਾਂ ਬੱਧੀ ਸਵਾਸ ਚੜਾਈ ਅਡੋਲ ਸਮਾਧੀ ਵਿੱਚ ਮਹਾਨਤਾ ਪ੍ਰਾਪਤ ਕਰਦੇ ਹਨ। ਪ੍ਰੇਮੀ ਸ਼ਰਧਾਲੂ ਬਣ ਗਏ, ਲੱਗੇ ਸੇਵਾ ਕਰਨ, ਨਾਮ ਜਪਣ ਦਾ ਉਪਦੇਸ਼ ਲੈਂਦੇ, ਸੇਵਾ ਵਾਸਤੇ ਪਾਸ ਰਹਿੰਦੇ। ਇਉਂ ਚੰਗਾ ਇਕੱਠ ਹੋਣ ਲੱਗ ਪਿਆ। ਇਸ ਪ੍ਰਕਾਰ 2 ਮਹੀਨੇ ਬਤੀਤ ਹੋ ਗਏ। ਕੱਤਕ ਮਹੀਨੇ ਦੀ ਪੂਰਨਮਾਸ਼ੀ ਦਾ ਪੁਰਬ ਨੇੜੇ ਆ ਗਿਆ। ਥਾਂ ਪਰ ਥਾਂ ਗੁਰੂ ਨਾਨਕ ਨਾਮ ਲੇਵਾ ਪ੍ਰੇਮੀ ਇਸ ਗੁਰਪੁਰਬ ਨੂੰ ਉੱਚ ਪੱਧਰ ਤੇ ਮਨਾਉਣ ਦੀਆਂ ਤਿਆਰੀਆਂ ਵਿੱਚ ਸਨ। ਜਿਵੇਂ ਗੁਰੂ ਨਾਨਕ ਦੇਵ ਜੀ ਦੇ ਨਾਲ ਅਰਸ਼ਾਂ ਤੇ ਦੇਵਤੇ ਵੀ ਮਾਤ ਲੋਕ ਤੇ ਦੇਹ ਧਾਰ ਕੇ ਆਏ, ਇਸੇ ਤਰ੍ਹਾਂ ਕੱਤਕ ਦੇ ਮਹੀਨੇ ਆਪ ਜੀ ਪਾਸ ਹੋਰ ਸੱਜਣ ਰੂਹਾਨੀ ਲਾਭ ਵਾਸਤੇ ਆ ਪਹੁੰਚੇ। ਜਹਾਂਗੀਰ ਪਿੰਡ ਦਾ ਸਰਦਾਰ ਹਰਨਾਮ ਸਿੰਘ ਜੀ ਦਾ ਲੜਕਾ ਭਾਈ ਗੁਰਵਚਨ ਸਿੰਘ ਭਾਈ ਜੀ, ਜੋ ਮੁਖੀ ਪ੍ਰੇਮੀਆਂ ਪੂਰਨ ਸ਼ਰਧਾਲੂਆਂ ਚੋਂ ਇੱਕੋ ਇੱਕ ਇਹੋ ਹੀ ਪਹਿਲੇ ਸੱਜਣ ਸਨ। ਰੌਂਪਰ ਪਿੰਡ ਦਾ ਭਾਈ ਦਸੌਂਦਾ ਸਿੰਘ, ਇਹ ਸੱਜਣ ਤਾਂ ਰਾਤ ਦਿਨ ਪੱਕੇ ਹੀ ਇੱਥੇ ਰਹਿਣ ਲੱਗ ਪਏ। ਹੋਰ ਵੀ ਮਾਈ ਭਾਈ ਆ ਜਾਇਆ ਕਰਨ। ਨਿਰੰਕਾਰੀ ਪ੍ਰੇਰਣਾ ਹੋਈ। ਆਪ ਜੀ ਨੇ ਇੱਥੇ ਪ੍ਰਸ਼ਾਦ ਤਿਆਰ ਕਰਨ ਦੀ ਵੀ ਆਗਿਆ ਦੇ ਦਿੱਤੀ। ਭਾਈ ਜੀ ਨੇ 8 ਪਹਿਰੀ ਗੁਰੂ ਕਾ ਲੰਗਰ ਤਿਆਰ ਕਰਨਾ ਅਤੇ ਜੋ ਵੀ ਹਾਜ਼ਰ ਹੋ ਜਾਣ, ਹੋਤੀ ਮਰਦਾਨ ਦੀ ਮਰਿਆਦਾ ਅਨੁਸਾਰ ਘੰਟੀ ਵਜਾ ਕੇ ਸਭਨਾਂ ਨੂੰ ਛਕਾ ਕੇ ਫਿਰ ਆਪ ਛਕਣਾ। ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ। ਪੌ ਦੀ ਭਿੱਤ ਦੇਖ ਕੇ ਸਭ ਆਏ
ਪਏ ਸਤਿਗੁਰ ਕੀ ਪੈਰੀ। ਦੇ ਮਹਾਵਾਕ ਅਨੁਸਾਰ ਰੂਹਾਨੀ ਤੇ ਜਿਸਮਾਨੀ ਖੁਰਾਕ ਦੇ ਚਾਹਵਾਨ ਹੋਰ ਵੀ ਆ ਜੁੜੇ। ਸ਼ਾਮ ਦਾ ਦੀਵਾਨ ਵੀ ਫਿਰ ਬਾਹਰ ਹੀ ਸਜਿਆ ਕਰੇ। ਰਾੜੇ ਤੋਂ ਇਲਾਵਾ ਕਟਾਰੀ, ਭੀਖੀ, ਕਿਲਾ ਹਾਂਸ, ਘਣਗਸ ਨਗਰਾਂ ਦੀ ਸੰਗਤ ਆਉਣ ਲੱਗ ਪਈ। ਜੰਗਲ ਵਿੱਚ ਮੰਗਲ ਹੋਣ ਲੱਗ ਪਏ। ਲੰਗਰ 8 ਪਹਿਰੇ ਹੀ ਵਰਤਦਾ ਸੀ, ਪਰ ਵਰਤਦਾ ਘੰਟੀ ਵਜਾ ਕੇ। ਸ਼ਾਮ ਨੂੰ ਭਜਨ ਵਾਲੇ ਪ੍ਰੇਮੀ ਉਂਝ ਹੀ ਨਹੀਂ ਸਨ ਛਕਦੇ ਤੇ ਆਪ ਜੀ ਦਾ ਵੀ ਇਹੋ ਹੀ ਹੁਕਮ ਸੀ ਕਿ ਰੋਟੀ ਜੀਵਨ ਆਧਾਰ ਵਾਸਤੇ ਹੈ, ਜੀਵਨ ਰੋਟੀ ਲਈ ਨਹੀਂ। ਆਮ ਅੰਗਰੇਜ਼ੀ ਦਾ ਮੁਹਾਵਰਾ ਹੈ, we eat to live but not live to eat। ਸਾਧੂ ਵਾਸਤੇ ਭੋਜਨ ਛਕਣ ਦਾ ਨਿਯਮ ਸ਼ਾਸਤਰ ਵਿੱਚ ਇਉਂ ਲਿਖਿਆ ਹੈ, ਅਸ਼ਟੌ ਗ੍ਰਾਸੌ ਮਨੀਰ ਭਾਕਸ਼ਾ ਖੋਲਸ ਅਰण्य ਵਸੀਨਾ ਚਿਤਰ ਵਿਸੰਤੇ ਗ੍ਰਸਥਾਨਾ ਦੁਆਇਤੀ ਬ੍ਰਹਮਚਾਰੀਣਾ। ਸੋ ਸਾਧ ਸੰਗਤ ਜੀ, ਇਹ ਹੁਕਮ ਸਨ ਮਹਾਪੁਰਸ਼ਾਂ ਦੇ ਉੱਤੇ ਰਹਿਣ ਵਾਲਿਆਂ ਦੇ ਵਾਸਤੇ। ਮੁਨੀ ਵਾਸਤੇ 8 ਗ੍ਰਾਮ, ਬਾਨਪ੍ਰਸਤੀ ਨੂੰ 16 ਗ੍ਰਾਮ, ਗ੍ਰਸਤੀ ਨੂੰ 24 ਗ੍ਰਾਸ, ਸਾਧ ਸੰਗਤ ਬ੍ਰਹਮਚਾਰੀ ਨੂੰ 32 ਗ੍ਰਾਸ ਭੋਜਨ ਕਰਨਾ ਚਾਹੀਦਾ ਹੈ। ਮੁਨੀ ਵਾਸਤੇ 8 ਗ੍ਰਾਸ, ਬਾਨਪ੍ਰਸੀ ਵਾਸਤੇ 16 ਗ੍ਰਾਸ 16 ਬੁਰਕੀਆਂ, ਗ੍ਰਸਤੀ ਵਾਸਤੇ 24 ਗ੍ਰਾਸ 24 ਬੁਰਕੀਆਂ ਕਹਿ ਲਓ। ਬ੍ਰਹਮਚਾਰੀ ਨੂੰ 32 ਗ੍ਰਾਸ ਹੀ ਭੋਜਨ ਛਕਣਾ ਚਾਹੀਦਾ ਹੈ। ਸੌਣ ਵਾਸਤੇ ਵੀ ਆਪ ਜੀ ਦਾ ਇਹ ਹੁਕਮ ਸੀ ਕਿ ਹਰ ਇੱਕ ਜਗਿਆਸੂ 8 ਪਹਿਰਾਂ ਵਿੱਚ ਵੱਧ ਤੋਂ ਵੱਧ 6 ਘੰਟੇ, ਘੱਟ ਤੋਂ ਘੱਟ 4 ਘੰਟੇ ਆਰਾਮ ਕਰੇ। ਕਿਸੇ ਅੰਗਰੇਜ਼ ਲਖਾਰੀ ਨੇ ਬਹੁਤਾ ਸੌਣ ਵਾਲੇ ਨੂੰ ਮੂਰਖ ਦੱਸਿਆ ਹੈ। ਕੀ ਕਹਿੰਦਾ? ਮੈਨ ਸ਼ੁੱਡ ਸਲੀਪ ਐਟ 8 ਆਵਰਸ, ਓਲਡ ਮੈਨ ਸ਼ੁੱਡ ਸਲੀਪ 6 ਆਵਰਸ, ਯੰਗ ਬॉय ਸ਼ੁੱਡ ਸਲੀਪ 12 ਆਵਰਸ। If a man does not avoid himself rules, he is a first class fool। ਜਵਾਨ ਆਦਮੀ ਨੂੰ 8 ਘੰਟੇ ਸੌਣਾ ਚਾਹੀਦਾ ਹੈ, ਬੁੱਢੇ ਆਦਮੀ ਨੂੰ 6 ਘੰਟੇ ਸੌਣਾ ਚਾਹੀਦਾ ਹੈ, ਬੱਚੇ ਨੂੰ 12 ਘੰਟੇ ਸੌਣਾ ਚਾਹੀਦਾ ਹੈ। ਜੇ ਕੋਈ ਆਦਮੀ ਇਸ ਕਾਨੂੰਨ ਦੀ ਉਲੰਘਣਾ ਕਰਦਾ ਹੈ, ਉਹ ਅਸੂਲਨ ਹੀ ਪਹਿਲੇ ਦਰਜੇ ਦਾ ਮੂਰਖ ਹੈ। ਰਸਦਾਂ ਸੁੱਤੇ ਕੀ ਲੰਗਰ ਵਾਸਤੇ ਪਿੰਡਾਂ ਚੋਂ ਆਪੇ ਆਉਣ ਲੱਗ ਪਈਆਂ। ਜਦੋਂ ਬਹੁਤਾ ਰਾਸ਼ਨ ਜਮਾ ਹੋ ਜਾਂਦਾ, ਲੋੜੀਂਦਾ ਰਾਸ਼ਨ ਰੱਖ ਕੇ ਬਾਕੀ ਆਟਾ ਅਤੇ ਹੋਰ ਸਮਾਨ ਦੂਜੇ ਗੁਰਦੁਆਰਿਆਂ ਵਿੱਚ ਭੇਜ ਦਿੱਤਾ ਜਾਂਦਾ। ਭਗਤਾਂ ਦੇ ਖੂਹੀ, ਰਾੜੇ ਪਿੰਡ ਅਤੇ ਹੋਰ ਕਈ ਥਾਈਂ ਭੇਜਿਆ ਜਾਂਦਾ। ਫਿਰ ਉਤਨਾ ਹੀ ਹੋਰ ਆ ਜਮਾ ਹੋ ਜਾਂਦਾ। ਲੰਗਰ ਦਾ ਰਾਸ਼ਨ ਰੱਖਣ ਵਾਸਤੇ ਕੱਚੀਆਂ ਕੰਧਾਂ ਕੱਢ ਕੇ ਟੀਨਾਂ ਦਾ ਇੱਕ ਛੱਪਰ ਪਾ ਲਿਆ। ਆਪ ਜੀ ਨੂੰ ਕਟਾਰੀ, ਘਣਗਸਾਂ ਤੇ ਕਿਲਾ ਹਾਂਸ, ਸਿਆੜ ਦੀ ਸੰਗਤ ਅਖੰਡ ਪਾਠਾਂ ਦੇ ਭੋਗ ਦੇ ਸਮੇਂ, ਆਨੰਦ ਕਾਰਜ ਦੇ ਟਾਈਮ ਦੇ ਸਮੇਂ, ਆਸਾ ਜੀ ਦੀ ਵਾਰ ਦੇ ਕੀਰਤਨ ਵਾਸਤੇ ਬੇਨਤੀਆਂ ਕਰਕੇ ਘਰਾਂ ਵਿੱਚ ਲੈ ਜਾਂਦੀ। ਭੇਟਾ ਕੀਤੀ ਮਾਇਆ ਨੂੰ ਕਦੇ ਆਪ ਜੀ ਨੇ ਹੱਥ ਨਹੀਂ ਸੀ ਲਾਇਆ, ਉਸੇ ਜਗ੍ਹਾ ਹੀ ਛੱਡ ਆਉਂਦੇ। ਫਿਰ ਲੋਕਾਂ ਦੀ ਹੋਰ ਵੀ ਸ਼ਰਧਾ ਵੱਧ ਗਈ ਤਾਂ ਉਸ ਸਮੇਂ ਤੋਂ ਬਾਅਦ ਆਪੇ ਸੰਗਤ ਨੇ ਵਿਚਾਰ ਕਰਕੇ ਕਿ ਦੇਖੋ, ਇਹਨਾਂ ਦੋਨਾਂ ਮਹਾਪੁਰਸ਼ਾਂ ਨੇ ਸਾਰਾ ਸਿਆਲ ਬਾਹਰ ਢੱਕਾਂ ਵਿੱਚ ਬਤੀਤ ਕੀਤਾ ਹੈ। ਇਹਨਾਂ ਦੀ ਰਿਹਾਇਸ਼ ਵਾਸਤੇ ਵੀ ਕੋਈ ਜਗ੍ਹਾ ਬਣਾਉਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਘਣਗਸਾਂ ਦੇ ਬੇਅੰਤ ਸਿੰਘ ਨੇ ਆਪਣੇ ਘਰ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਇਆ ਤੇ ਭੋਗ ਸਮੇਂ ਆਪ ਜੀ ਨੂੰ ਬੇਨਤੀ ਕਰਕੇ ਲੈ ਗਿਆ
ਉਸਨੇ 21 ਰੁਪਏ ਭੇਟਾ ਕੀਤੇ। ਆਪ ਜੀ ਮਾਇਆ ਨੂੰ ਹੱਥ ਨਹੀਂ ਸੀ ਲਗਾਉਂਦੇ, ਉਸੇ ਜਗ੍ਹਾ ਹੀ ਛੱਡ ਕੇ ਤੁਰ ਪਏ। ਬਾਅਦ ਵਿੱਚ ਉਸਨੇ ਆਪ ਹੀ ਚੁੱਕ ਕੇ ਆਪਣੇ ਪਾਸ ਰੱਖ ਲਏ। ਫਿਰ ਹੋਰ ਵੀ ਪ੍ਰੇਮੀ ਜੋ ਭੇਟਾ ਕਰਨ, ਸੰਗਤ ਨੇ ਉਸ ਦਾ ਖਜ਼ਾਨਚੀ ਭਾਈ ਬੇਅੰਤ ਸਿੰਘ ਨੂੰ ਨਿਯਤ ਕਰ ਦਿੱਤਾ। ਕੁਝ ਸਮੇਂ ਵਿੱਚ 150 ਰੁਪਏ ਇਕੱਠੇ ਹੋ ਗਏ। ਸੰਗਤ ਨੇ ਸਿਆੜ ਤੋਂ ਇੱਟਾਂ ਲਿਆ ਕੇ ਆਪ ਜੀ ਦੀ ਰਿਹਾਇਸ਼ ਵਾਸਤੇ 12 ਫੁੱਟ ਮੁਰੱਬਾ 3 ਖਣਾਂ ਦਾ ਪੱਕਾ ਕਮਰਾ ਬਣਾ ਦਿੱਤਾ। ਆਪ ਜੀ ਦੋਵੇਂ ਮਹਾਪੁਰਸ਼ ਉਸੇ ਵਿੱਚ ਹੇਠਾਂ ਸਫਾ ਵਿਛਾ ਕੇ ਥੋੜਾ ਬਹੁਤਾ ਸਮਾਂ ਆਰਾਮ ਕਰ ਲਿਆ ਕਰਦੇ। ਸਰਦੀ ਬਹੁਤ ਸੀ। ਦੀਵਾਨ ਦੇ ਸਮੇਂ ਸੰਗਤ ਨੂੰ ਬਾਹਰ ਹੀ ਬੈਠਣਾ ਪੈਂਦਾ। ਫਿਰ ਕੱਚੀਆਂ ਕੰਧਾਂ ਤੇ 30 ਫੁੱਟ ਲੰਮਾ 14 ਫੁੱਟ ਚੌੜਾ ਲੰਗਰ ਸੰਗਤ ਦੇ ਬੈਠਣ ਵਾਸਤੇ ਇੱਕ ਛੱਪਰ ਤਿਆਰ ਕੀਤਾ ਗਿਆ। ਇਸੇ ਤਰ੍ਹਾਂ ਮੱਘਰ ਤੇ ਪੋਹ ਵੀ ਬੀਤ ਗਏ। ਮਾਘ ਦੀ ਸੰਗਰਾਂਦ ਆਈ। 9 ਮਾਘ ਦਾ ਸਾਲਾਨਾ ਜੋੜ ਮੇਲਾ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਵਾਕ ਅਨੁਸਾਰ ਦੋਨਾਂ ਮਹਾਪੁਰਸ਼ਾਂ ਨੇ 9 ਮਾਘ ਦੇ ਪਹਿਲੇ ਜੋੜ ਮੇਲੇ ਨੂੰ ਇੱਥੇ ਹੀ ਮਨਾਉਣ ਦਾ ਸੰਕਲਪ ਪ੍ਰਗਟ ਕੀਤਾ। ਸੁਣ ਕੇ ਸੰਗਤ ਨੂੰ ਬੜੀ ਖੁਸ਼ੀ ਹੋਈ। ਉਸੇ ਸਮੇਂ ਤਿਆਰੀਆਂ ਆਰੰਭ ਹੋ ਗਈਆਂ। ਰਾਸ਼ਨ ਜਮਾ ਹੋ ਗਿਆ। ਕੜਾਹੇ ਤੇ ਲੋਹਾਂ ਵੀ ਆ ਗਈਆਂ। ਤੰਬੂ ਕਨਾਤਾ ਗੈਸ ਤੇ ਸਾਹਿਬਾਨ ਮੰਗਵਾਏ ਗਏ। ਇਹ ਜੋੜ ਮੇਲਾ ਬੜੀ ਧੂਮ ਧਾਮ ਨਾਲ ਮਨਾਉਣ ਦਾ ਸਭਨਾਂ ਦੇ ਅੰਦਰ ਬੜਾ ਉਤਸ਼ਾਹ ਪੈਦਾ ਹੋ ਗਿਆ। ਪਰ ਇਧਰੋਂ 6 ਮਾਘ ਸ਼ਾਮ ਨੂੰ ਰੇਰੂ ਸਾਹਿਬ ਗੁਰਦੁਆਰੇ ਤੋਂ ਭੇਜੀ ਸੰਗਤ ਆਪ ਜੀ ਨੂੰ ਲੈਣ ਵਾਸਤੇ ਆ ਗਈ ਕਿ 9 ਮਾਘ ਦਾ ਪਹਿਲਾ ਜੋੜ ਮੇਲਾ ਰੇਰੂ ਸਾਹਿਬ ਮਨਾਓ, ਜਿਨ੍ਹਾਂ ਵਿੱਚ ਰਾਗੀ ਤਰਲੋਕ ਸਿੰਘ, ਜੈਲਦਾਰ ਬਖਤਾਵਰ ਸਿੰਘ ਤੇ ਹੋਰ ਮੁਖੀ ਸੱਜਣ ਵੀ ਸ਼ਾਮਲ ਸਨ। ਆਪ ਜੀ ਨੇ ਕਿਹਾ ਕਿ ਇੱਥੇ ਵੀ ਸੰਗਤਾਂ ਨੇ ਤਿਆਰੀ ਕਰ ਲਈ ਹੈ, ਰਾਸ਼ਨ ਪਾਣੀ ਜਮਾ ਹੋ ਗਿਆ ਹੈ। ਇਹਨਾਂ ਦਾ ਪ੍ਰੇਮ ਵੀ ਠੁਕਰਾਇਆ ਨਹੀਂ ਜਾ ਸਕਦਾ। ਪਰ ਉਹਨਾਂ ਨੇ ਬਹੁਤੀ ਖਿੱਚ ਕੀਤੀ ਕਿ ਇਹ ਪਹਿਲਾ ਜੋੜ ਮੇਲਾ ਹੈ, ਸੰਗਤਾਂ ਜੁੜੀਆਂ ਹਨ, ਤੁਹਾਡਾ ਉੱਥੇ ਪੁੱਜਣਾ ਅਤੀ ਜ਼ਰੂਰੀ ਹੈ। ਅਸਾਂ ਤਾਂ ਨਾਲ ਲੈ ਕੇ ਹੀ ਜਾਵਾਂਗੇ ਆਪ ਜੀ ਨੂੰ। ਆਪ ਨੇ ਕਿਹਾ ਚੰਗਾ, ਸੰਗਤ ਨੂੰ ਪੁੱਛ ਲਓ। ਜਦੋਂ ਇਸ ਗੱਲ ਦਾ ਇਲਾਕੇ ਦੀ ਸੰਗਤ ਨੂੰ ਪਤਾ ਲੱਗਾ ਤਾਂ ਬਹੁਤ ਸਾਰੇ ਪਿੰਡਾਂ ਦੇ ਮੁਖੀ ਸੱਜਣ ਇਕੱਠੇ ਹੋ ਕੇ ਆਖਣ ਲੱਗੇ ਕਿ ਅਸੀਂ ਤਾਂ ਨਹੀਂ ਜਾਣ ਦੇਣਾ ਤੁਹਾਨੂੰ। ਕਾਫੀ ਸਮਾਂ ਆਪਸ ਵਿੱਚ ਵਿਚਾਰ ਹੁੰਦੀ ਰਹੀ। ਅਖੀਰ ਨੂੰ ਇਹ ਫੈਸਲਾ ਹੋਇਆ ਕਿ ਤੁਹਾਡੇ ਪਾਸ ਇੱਥੋਂ ਦੇ ਸਮਾਗਮ ਦਾ ਭੋਗ ਪਾ ਕੇ ਪੁੱਜ ਜਾਵਾਂਗੇ, ਪਰ ਤੁਸੀਂ ਵਾਪਸ ਭੇਜਣ ਦਾ ਜ਼ਿੰਮਾ ਲਓ। ਸੰਗਤਾਂ ਦਾ ਪਿਆਰ ਤੱਕ ਕੇ ਉਹਨਾਂ ਨੇ ਕਿਹਾ, ਹਾਂ ਸਾਡਾ ਜ਼ਿੰਮਾ ਹੈ, ਅਸੀਂ ਵਾਪਸ ਭੇਜ ਦਿਆਂਗੇ। ਸੰਤ ਜੀ ਮਹਾਰਾਜ ਨੂੰ ਬੇਨਤੀ ਕੀਤੀ ਤਾਂ ਆਪ ਜੀ ਨੇ ਕਿਹਾ ਕਿ ਜੇ ਸੰਗਤ ਦੀ ਆਗਿਆ ਹੈ ਤਾਂ ਅਸੀਂ ਇੱਥੋਂ ਦਾ ਪ੍ਰੋਗਰਾਮ ਸਮਾਪਤ ਕਰਕੇ ਆ ਜਾਵਾਂਗੇ। 9 ਮਾਘ ਤੋਂ ਹੀ ਦੀਵਾਨ ਸ਼ੁਰੂ ਹੋ ਗਏ। 8 ਤੇ 9 ਮਾਘ ਦੁਪਹਿਰ ਤੱਕ 3 ਦਿਨ ਦੀਵਾਨ ਜਾਰੀ ਰਹੇ। ਬੜੇ ਗੁਣੀ ਗਿਆਨੀ ਰਾਗੀ ਢਾਡੀ ਆਏ। ਲੰਗਰ ਵੀ 8 ਪਹਿਰ ਅਟੁੱਟ ਵਰਤਦਾ ਰਿਹਾ। ਭਾਵੇਂ ਆਪ ਜੀ ਦਾ ਸਰੀਰ ਜੋੜ ਮੇਲੇ ਦੀ ਥਕਾਵਟ ਦੇ ਕਾਰਨ ਇਜਾਜ਼ਤ ਨਹੀਂ ਸੀ ਦੇ ਰਿਹਾ, ਕਿਉਂਕਿ 3 ਰਾਤਾਂ ਤੇ 3 ਦਿਨ ਆਪ ਜੀ ਨੇ ਆਰਾਮ ਹੀ ਨਹੀਂ ਕੀਤਾ। ਪਰ ਸਾਧ ਵਚਨ ਅਟਲਾਦਾ ਦੇ ਮਹਾਵਾਕ ਅਨੁਸਾਰ ਆਪ ਦੋਵੇਂ ਮਹਾਪੁਰਸ਼ 9 ਮਾਘ ਦੀ ਸ਼ਾਮ ਨੂੰ ਗੁਰਦੁਆਰਾ ਰੇਰੂ ਸਾਹਿਬ ਪੁੱਜ ਗਏ ਅਤੇ ਪਿਆਰੇ ਦੇ ਦਰ ਦੀ ਚਰਨ ਧੂੜੀ, ਚਰਨ ਛੂਹ ਮਿੱਟੀ ਹੰਝੂਆਂ ਦੇ ਨਾਲ ਸਿੰਜ ਦਿੱਤੇ। ਸੰਗਤ ਆਪ ਜੀ ਦੀ ਉਡੀਕ ਵਿੱਚ ਖੜੀ ਬੜੀ ਉਤਾਵਲੀ ਹੋ ਰਹੀ ਸੀ। ਦੋਹਾਂ ਪਾਸਿਆਂ ਤੋਂ ਪਰਸਪਰ ਨਮਸਕਾਰ ਕਰਕੇ ਬੜੇ ਉਤਸ਼ਾਹ ਨਾਲ ਮਿਲੇ। ਜਲ ਪਾਣੀ ਛਕਾ ਕੇ ਡੇਰਾ ਕਰਵਾਇਆ। ਵੱਡੇ ਸੰਤ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦਿਆਂ ਹੀ
ਸੰਗਤ ਦਾ ਆਪ ਜੀ ਤੇ ਪੂਰਨ ਭਰੋਸਾ ਸੀ। ਹੁਣ ਕਹਿਣ ਲੱਗੇ ਕਿ ਵੱਡੇ ਧੰਨ ਭਾਗ ਸਾਡੇ ਬਾਬਾ ਜੀ ਦੇ ਖਜੂਰੀ ਸੇਵਕਾਂ ਦੇ ਦਰਸ਼ਨ ਹੋਏ ਹਨ। ਹੁਣ ਤੁਸਾਂ ਨੇ ਸਾਡੇ ਤੇ ਕਿਰਪਾ ਕਰਨੀ, ਇੱਥੇ ਹੀ ਰਹਿਣਾ, ਇੱਥੇ ਹੀ ਦਰਸ਼ਨ ਬਖਸ਼ਣੇ। ਆਪ ਜੀ ਨੇ ਕੋਈ ਉੱਤਰ ਨਾ ਦਿੱਤਾ। ਦੂਸਰੇ ਦਿਨ ਘਣਗਸਾਂ ਦੀ ਸੰਗਤ ਅਤੇ ਹੋਰ ਪਿੰਡਾਂ ਦੇ ਪ੍ਰੇਮੀ ਰੱਥ ਲੈ ਕੇ ਆਪ ਜੀ ਨੂੰ ਲੈਣ ਵਾਸਤੇ ਰੀਰੂ ਸਾਹਿਬ ਆ ਗਏ, ਪਰ ਉੱਤੋਂ ਦੀ ਸੰਗਤ ਜਾਣ ਨਾ ਦਵੇ। ਭਾਵੇਂ ਲੈ ਕੇ ਆਉਣ ਵਾਲੇ ਸੱਜਣਾ ਨੇ ਬਥੇਰਾ ਕਿਹਾ ਕਿ ਅਸੀਂ ਬਚਨ ਕਰਕੇ ਆਏਗਾ, ਇਹਨਾਂ ਨੇ ਜ਼ਰੂਰ ਵਾਪਸ ਮੁੜਨਾ ਹੈ, ਪਰ ਉਹਨਾਂ ਵਿਚਾਰਿਆਂ ਦੀ ਕੌਣ ਸੁਣੇ। ਇਸ ਇਲਾਕੇ ਦੀ ਸੰਗਤ ਕਵੇ ਕਿ ਤੁਸੀਂ ਬਚਨ ਕੀਤਾ ਸੀ, ਇਹਨਾਂ ਨੂੰ ਸਾਡੇ ਨਾਲ ਭੇਜੋ। ਦਵੱਲੇ ਖਿੱਚੋ ਤਾਣ ਦੇਖ ਕੇ ਜੋੜ ਮੇਲੇ ਵਿੱਚ ਆਏ ਮੁਖੀ ਸੱਜਣਾ ਨੇ ਕਿਹਾ, ਜਿਹਾ ਕਿ ਹਰਦੁਆਰ ਤੋਂ ਪੰਡਿਤ ਪ੍ਰੇਮ ਸਿੰਘ ਜੀ, ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ ਦੇ ਨਾਤੀ ਸ਼ਿਸ਼, ਜੋ ਕਿ ਪਹਿਲਾਂ ਹੀ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਹੁੰਦਿਆਂ ਮਹੀਨਾ ਭਰ ਇੱਥੇ ਠਹਿਰੇ ਗੁਰਬਾਣੀ ਦੀ ਕਥਾ ਕਰਦੇ ਹੁੰਦੇ ਸਨ। ਉਹ ਵੀ ਪੁੱਜੇ ਹੋਏ ਸਨ। ਸੰਤ ਸੁੰਦਰ ਸਿੰਘ ਜੀ ਗਿਆਨੀ ਭਿੰਡਰਾਂ ਵਾਲੇ ਮਹਾਪੁਰਸ਼ ਵੀ ਆਪਣੇ ਜਥੇ ਸਮੇਤ ਆਏ ਹੋਏ ਸਨ। ਸੰਤ ਬਾਬਾ ਨੱਥਾ ਸਿੰਘ ਜੀ ਧੂੜ ਕੋਟੀਆ ਸੰਤ ਭਗਵਾਨ ਸਿੰਘ ਜੀ ਦੇ ਤੇ ਹੋਰ ਮਹਾਤਮਾਵਾਂ ਦਾ ਫੈਸਲਾ ਸੀ ਕਿ 1 ਮਹੀਨਾ ਰੀਰੂ ਸਾਹਿਬ, 1 ਮਹੀਨਾ ਤੁਹਾਡੇ ਪਾਸ। ਆਪ ਜੀ ਤਾਂ ਚੁੱਪ ਹੀ ਸਨ। ਦੋਵਾਂ ਪਾਸਿਆਂ ਦੀ ਸੰਗਤ ਵੀ ਇਸ ਗੱਲ ਨੂੰ ਅੰਦਰੋਂ ਉਤਸ਼ਾਹ ਨਾਲ ਮੰਨੇ। ਸਾਰਿਆਂ ਦਾ ਇਹੋ ਹੀ ਖਿਆਲ ਸੀ ਕਿ ਸਾਡੇ ਪੱਖ ਵਿੱਚ ਫੈਸਲਾ ਹੋਵੇ। ਅਖੀਰ ਨੂੰ ਸਤਿਗੁਰਾਂ ਅੱਗੇ 2 ਪਰਚੀਆਂ ਪਾ ਕੇ ਅਰਦਾਸ ਕੀਤੀ ਗਈ ਕਿ ਹਜ਼ੂਰ ਦਾ ਹੁਕਮ ਆਇਆ, ਬਾਹਰੋਂ ਆਈ ਸੰਗਤ ਦਾ ਸਤਿਕਾਰ ਕਰੋ। ਆਪ ਜੀ ਅਤੇ ਹੋਰ ਸਾਰੇ ਪ੍ਰੇਮੀਆਂ ਨੂੰ ਇਹ ਬਚਨ ਸਿਰ ਮੱਥੇ ਮੰਨਣਾ ਪਿਆ। ਫਿਰ ਆਪ ਜੀ ਨੇ ਮੁੜ ਇਸੇ ਧਰਤੀ ਨੂੰ ਭਾਗ ਲਗਾਏ। ਫਿਰ ਕੀ ਸੀ, ਸਾਰੀਆਂ ਸੰਗਤਾਂ ਨੂੰ ਚਾਅ ਚੜ ਗਿਆ। ਦਿਨਾਂ ਵਿੱਚ ਇੱਕ ਖੂਹ, ਜਿਸ ਦੀ ਸੇਵਾ ਤਾਂ ਸਰਦਾਰ ਗਿਆਨ ਸਿੰਘ ਜੀ ਵੱਲੋਂ ਕੀਤੀ ਗਈ, ਹੌਲੀ ਕਰ ਲਾ, ਖੂਹੀ ਦੀ ਸੇਵਾ ਤੇ ਫਰੀਦਕੋਟ ਵਾਲੇ ਸਟੇਕ ਬੇੜ ਦੀ ਸੇਵਾ ਸਰਦਾਰ ਦਲੀਪ ਸਿੰਘ ਪੁਲਿਸ ਜਰਨੈਲ ਵੱਲੋਂ ਹੋਈ, ਜਿਸ ਦੀ ਰਿਹਾਇਸ਼ ਪਟਿਆਲੇ ਸੀ ਅਤੇ ਸਰੀਰ ਮਾਝੇ ਦਾ ਸੀ। 15 ਫੁੱਟ ਮੁਰੱਬੇ ਦਾ ਪੱਕਾ ਕਮਰਾ ਸ੍ਰੀ ਦਰਬਾਰ ਸਾਹਿਬ ਵਾਸਤੇ ਪੈ ਗਿਆ। ਸੰਤ ਮਹਾਰਾਜ ਜੀ ਦਾ ਭੋਰਾ, 11 ਕੋਠੀਆਂ ਜਿਨ੍ਹਾਂ ਦੀਆਂ ਕੰਧਾਂ ਕੱਚੀਆਂ, ਬਨੇਰੇ ਪੱਕੇ, ਕੱਚਾ ਲੰਗਰ ਕੜੀਆਂ ਬਾਲਿਆਂ ਤੇ ਤਿਆਰ ਕੀਤਾ ਗਿਆ। ਭਜਨ ਲਈ ਤਿਆਗੀ ਵਿਰਕਤ ਰਿਸ਼ੀਆਂ ਵਾਸਤੇ 14 ਛਪਰੀਆਂ ਬਣਾ ਦਿੱਤੀਆਂ ਗਈਆਂ, ਜਿਸ ਵਿੱਚ 14 ਪ੍ਰੇਮੀਆਂ ਨੇ ਮੌਨ ਕੀਤਾ। ਇਸ ਜਗ੍ਹਾ ਦਾ ਨਾਮ ਪੰਚਵਟੀ ਪੈ ਗਿਆ। ਫਿਰ ਅਗਲੇ ਸਾਲ 30 ਅਤੇ 15 ਫੁੱਟ ਦਾ ਪੱਕਾ ਗੁਰਦੁਆਰਾ ਸਾਹਿਬ ਤਿਆਰ ਹੋ ਗਿਆ, ਜਿਸ ਦਾ ਜ਼ਿਕਰ ਅੱਗੇ ਜਾ ਕੇ ਬੜੇ ਵਿਸਥਾਰ ਦੇ ਨਾਲ ਕੀਤਾ ਜਾਵੇਗਾ। ਇਹ ਸਾਰਾ ਕੰਮ ਖੱਟੜਿਆਂ ਵਾਲੇ ਮਿਸਤਰੀ ਗੋਂਦਾ ਸਿੰਘ, ਰੂੜ ਸਿੰਘ ਅਤੇ ਉਸ ਦੇ ਪਰਿਵਾਰ ਨੇ ਹੱਥੀਂ ਕੀਤਾ। ਇੱਥੋਂ ਤੱਕ 6ਵਾਂ ਕਾਂਡ ਸੰਪੂਰਨ ਹੋਇਆ। ਕੱਲ ਦੇ ਦੀਵਾਨ ਵਿੱਚ 7ਵਾਂ ਕਾਂਡ ਆਰੰਭ ਕਰਾਂਗੇ। ਵਿਚਾਰ 81 ਨੰਬਰ ਸਫੇ ਤੇ ਚੱਲ ਰਹੀ ਹੈ। ਕੱਲ ਦੇ ਵਿਚਾਰ 81 ਨੰਬਰ ਸਫੇ ਤੋਂ ਅੱਗੇ ਕਰਾਂਗੇ। ਸਭ ਸੰਗਤਾਂ ਨੂੰ ਪੁਰਜੋਰ ਬੇਨਤੀ ਹੈ, ਇਸ ਕਥਾ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਵਿੱਚ ਸੰਤ ਮਹਾਰਾਜ ਜੀਆਂ ਦਾ ਨਾਮ ਜਾਂ ਰਾੜਾ ਸਾਹਿਬ ਲਿਖ ਕੇ ਆਪ ਜੀ ਕਿਰਪਾ ਕਰਕੇ ਵੱਧ ਤੋਂ ਵੱਧ ਆਪ ਵੀ ਲਾਭ ਪ੍ਰਾਪਤ ਕਰੋ ਔਰ ਦੂਸਰੀਆਂ ਸੰਗਤਾਂ ਨੂੰ ਵੀ ਇਸ ਚੱਲ ਰਹੀ ਰੂਹਾਨੀ ਸੰਦੇਸ਼ ਦੀ ਕਥਾ ਬਾਰੇ ਸੰਗਤਾਂ ਨੂੰ ਗਿਆਨ ਕਰਵਾਓ, ਤਾਂ ਕਿ ਤੁਹਾਡੇ ਸਾਡੇ ਲੋਕ ਸੁਖੀਏ, ਪਰਲੋਕ ਸੁਖੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋ ਜਾਣ। ਬੋਲਦਿਆਂ ਵਿਚਾਰਦਿਆਂ ਅਨੇਕਾਂ ਗਲਤੀਆਂ ਮਾਫ ਕਰਨੀਆਂ,
ये जो संत आश्रम फेसबुक पेज है और संत प्रितपाल सिंह खालसा पेज है, इन्हां नूं वध तो वध लाइक करो, ऐड करो, इस दे विच ऐड होण दी किरपालता करो। अते जो यूट्यूब दा चैनल है संत आश्रम मलेशिया टीवी अते सैम टीवी चैनल सबसक्राइब करो। खुशियां बख्शो, आशीष बख्शो, देवो असीस, बुलाओ फतेह साहब आखो। वाहिगुरु जी का खालसा, वाहिगुरु जी की फतेह।